अस्सलामुअलैकुम जी। वालेकुम सलाम। कैसे हैं मिर्ज़ा भाई, ठीक है? जी जी अल्हम्दुलिल्लाह, अल्लाह का अच्छा, शुक्र है जनाब। क्या लग रहा है क्यों इतना जोश पैदा हुआ, क्या सोच के ये ज्वाइन किया था? बस ਜੀ ਇਦਾਂ ਹੀ ਆ ਦੇਖਿਆ ਸੋਸ਼ਲ ਮੀਡੀਆ ਦੇ ਲੋਕਾਂ ਦੇ ਵੀਡੀਓ ਤੱਕਦੇ ਦੇਖਦੇ ਸਨ, ਲੇਕਿਨ ਡਾਂਸਿੰਗ ਹੁੰਦੀ ਸੀ। ਮੈਂ ਕਿਹਾ ਜੇ ਆਪਾਂ ਕੁਝ ਨਵਾਂ ਹੀ ਕੁਝ ਕਰ ਲਈਏ ਜੀ। ਮੈਂ ਉਹਦੇ ਵਿੱਚ ਆਪਣਾ ਕੋਈ ਕਬੱਡੀ ਵਗੈਰਾ ਸਟੰਟ ਵਗੈਰਾ ਕਰਨ ਲੱਗ ਪਿਆ ਤਾਂ ਕਾਫੀ ਜ਼ਿਆਦਾ ਲੋਕ ਪਸੰਦ ਕੀਤਾ ਉਸ ਵੀਡੀਓ ਨੂੰ। ਤਾਂ ਬਸ ਇਦਾਂ ਹੀ ਇਦਾਂ ਗੁੱਡੀ ਚੜ੍ਹਦੀ ਚੜ੍ਹਦੀ ਚੜ੍ਹ ਗਈ। ਨਹੀਂ ਇਹ ਪਜ਼ੀਰਾ ਕਬੱਡੀ ਤੋਂ ਮਿਲੀ ਜਾਂ ਫਿਰ ਤੁਹਾਡੀ ਕੀ ਸੋਚ ਸੀ ਕਿ ਵੀ ਮੈਨੂੰ ਕਬੱਡੀ ਛੱਡ ਕੇ ਟਿਕਟੋਕ ਦੀ ਤਰਫ ਆਉਣਾ ਚਾਹੀਦਾ ਜਾਂ ਸਟੰਟ ਕਰਨੇ ਚਾਹੀਦੇ, ਕੀ ਵਜ੍ਹਾ ਬਣੀ? ਨਹੀਂ ਪਹਿਲਾਂ ਆਲਰੇਡੀ ਕਬੱਡੀ ਤਾਂ ਖੇਲਦੇ ਹੀ ਸਨ। ਦਰੀ ਗੱਲ ਹੈ ਕਿ ਜੋ ਸਰਦੀ ਵਿੱਚ ਕਬੱਡੀ ਐਂਡ ਹੋ ਜਾਂਦਾ ਉਹ ਤੋਂ ਬਾਅਦ ਮੈਂ ਆਪਣੇ ਕੋਈ ਟੈਲੈਂਟ ਹੈਗਾ ਸੀ, ਕੋਈ ਖਤਰਨਾਕ ਸਟੰਟ ਕਰਨ ਲੱਗ ਪਿਆ, ਗੱਡੀਆਂ ਲਗਾਉਣਾ, ਟਰੈਕਟਰ ਲਗਾਉਣੇ, ਮੋਟਰਸਾਈਕਲ ਚੁੱਕ ਲੈਣੇ। ਬਸ ਇਸ ਕਿ ਜਦੋਂ ਇਹ ਕਰਨ ਲੱਗ ਪਿਆ ਉਹ ਤੋਂ ਬਾਅਦ ਤੇ ਬਸ ਵੀਡੀਓ ਵਾਇਰਲ ਦੀ ਹੁੰਦੀਆਂ ਗਈਆਂ। ਇੱਦਾਂ ਹੀ ਸ਼ੌਕ ਪੈ ਗਿਆ ਅਤੇ ਫਿਰ ਕਾਫੀ ਜ਼ਿਆਦਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਮੈਨੂੰ ਅਤੇ ਦਾਦ ਦਿੱਤੀ, ਹੌਸਲਾ ਅਫਜ਼ਾਈ ਵੀ ਕਰਦੇ ਆ ਸਾਨੂੰ। ਅਤੇ ਬਸ ਉੱਥੋਂ ਜਨੂਨ ਵੱਧਦਾ ਹੀ ਗਿਆ। ਉਦੋਂ ਟਿਕਟੋਕ ਵਿੱਚ ਸ਼ਮੂਲੀਅਤ ਵੀ ਹੋ ਗਈ ਸਾਡੀ ਚੰਗੀ ਤਰੀਕੇ ਨਾਲ। ਕਾਫੀ ਜ਼ਿਆਦਾ ਦਿਨਾਂ 'ਚ ਫੈਨ ਫੋਲੋਇੰਗ ਆਈ ਫਿਰ ਅਤੇ ਅੱਲਾ ਦਾ ਬਹੁਤ ਬਹੁਤ ਸ਼ੁਕਰ ਹੈ ਜਨਾਬ। ਬਹੁਤ ਕੰਮ ਵਧੀਆ ਲੱਗਿਆ। ਮੈਨੂੰ ਇਹ ਦੱਸੋ ਕਿ ਕੋਈ ਆਲਮੀ ਰਿਕਾਰਡ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਮੈਂ ਸਭ ਤੋਂ ਜ਼ਿਆਦਾ ਸਟੰਟ ਕੀਤਾ ਹੈ, ਸਭ ਤੋਂ ਜ਼ਿਆਦਾ ਵਜ਼ਨੀ ਚੀਜ਼ ਮੈਂ ਖਿੱਚੀ ਹੈ ਆਪਣੀ ਇਸ ਇਲਾਕੇ 'ਚ? ਮੈਂ ਆਪਣੇ ਚੱਕ ਨਾਲ 2 ਬੱਸਾਂ ਖਿੱਚੀਆਂ। ਅੱਛਾ। ਅਤੇ ਉਹ ਤੋਂ ਬਾਅਦ 2 ਗੱਡੀਆਂ ਆਪਣੇ ਬਾਜ਼ੂਆਂ ਦੇ ਦਮ 'ਤੇ ਰੋਕੀਆਂ। ਅਤੇ ਹੋਰ ਵੀ ਕਾਫੀ ਜ਼ਿਆਦਾ ਮਤਲਬ ਹੈਵੀ ਸਟੰਟ ਕੀਤੇ ਆ ਜਿਹੜੇ ਮੈਂ ਮਤਲਬ ਅੱਜ ਕਿਸੇ ਨਹੀਂ ਕੀਤੇ, ਨਾ ਕਿਸੇ ਦੇਖਿਆ। ਮੈਂ ਗਰਦਨ ਨਾਲ 20 ਬਾਈਕਾਂ ਰੋਕੀਆਂ ਆਪਣੇ ਬਾਜ਼ੂਆਂ ਦੇ ਦਮ 'ਤੇ, ਗਰਦਨ ਨਾਲ 3 ਬਾਈਕਾਂ ਰੋਕੀਆਂ। ਅਤੇ ਇਸ ਅੱਜ ਤੱਕ ਕੋਈ ਐਸਾ ਰਿਕਾਰਡ ਨਹੀਂ ਬਣਾ ਸਕਿਆ। ਹਾਂ ਬਿਲਕੁਲ, ਜੋ ਮੈਂ ਆਪਾਂ ਬਣਾਇਆ। ਅੱਛਾ, ਤੁਹਾਡੀ ਵੀਡੀਓ ਬੜੀ ਵਾਇਰਲ ਹੋਈ ਸੀ, ਜਿਹੜਾ ਟਰੱਕ ਖਿੱਚਦੇ ਪਿਓ ਬੜਾ ਵੱਡਾ, ਉਹਦਾ ਕੀ ਰਾਜ਼ ਸੀ? ਉਹ ਬਿਲਕੁਲ ਇੱਥੇ ਹੀ ਆ, ਖਾਲੀ ਟਰੱਕ ਖਲੋਤਾ ਸੀ। ਅੱਛਾ। ਕਾਫੀ ਬਾਈ ਵੀਲਰ ਅਤੇ ਬਸ ਇੱਦਾਂ ਹੀ ਆ। ਮੈਂ ਕਿਹਾ ਚੱਲ ਜੀ ਵੀਡੀਓ ਬਣਾਉਂਦੇ ਆ, ਮਾਰਿਆ ਜ਼ੋਰ ਤੋਂ ਤੁਰ ਪਿਆ ਮਾੜਾ ਜਿਹਾ। ਲਓ ਜੀ ਦੱਸੀ, ਉਹ ਵੀਡੀਓ ਪਾਈ, ਅਕਾਊਂਟ 'ਤੇ ਵਾਇਰਲ ਹੋ ਗਈ। ਕੋਈ ਵੀ ਕਹਿੰਦੇ ਇੱਦਾਂ ਹੈ, ਕੋਈ ਫੇਕ ਹੈ, ਇਹ ਹੈ ਉਹ ਨਹੀਂ ਜੀ। ਅਸੀਂ ਲਾਈਵ ਮਤਲਬ ਔਨ ਦੀ ਪਬਲਿਕ ਪਲੇਸ 'ਤੇ ਕਰਦੇ ਹਾਂ। ਕੋਈ ਐਸਾ ਮਤਲਬ ਹੁੰਦਾ ਬਾਅਦ ਆਪਣੇ ਡੇਰੇ 'ਚ ਜਾਂ ਕੋਈ ਸਾਬਤ ਕਰ ਦੇਵੇ ਕਿ ਇਹ ਫੇਕ ਆ, ਅਤੇ ਜੋ ਕਰਦੇ ਹਾਂ ਰੀਅਲ ਕਰਦੇ ਹਾਂ, ਕੋਈ ਸਟੰਟ ਫੇਕ ਨਹੀਂ ਕਰਦੇ ਅਸੀਂ। ਮੈਂ 3 ਮੁਲਕਾਂ 'ਚ ਵਿਜ਼ਿਟ ਕੀਤਾ ਹੈ। ਦੁਬਈ ਗਿਆ ਸੀ, ਸਾਊਦੀ ਅਰਬ ਗਿਆ ਸੀ ਅਤੇ ਦੂਜਾ ਈਰਾਨ ਗਿਆ ਸੀ ਇੱਕ ਦਫਾ। ਬਸ 3 ਮੁਲਕਾਂ 'ਚ ਵਿਜ਼ਿਟ ਕੀਤਾ ਬਹੁਤ ਜ਼ਿਆਦਾ। ਉੱਥੋਂ ਵੀ ਮੁਕਾਬਲੇ ਅਲਹਮਦੁਲਿਲਾ ਵਿਨ ਕਰਕੇ ਆਏ ਹਾਂ। ਪੰਜਾ ਜ਼ਮਾਈ ਦੇ ਹੋਏ, ਕੋਈ 1-2 ਹੋਰ ਮੁਕਾਬਲੇ ਹੋਏ ਆ, ਮਤਲਬ ਇੱਕ ਹੋਰ ਡੰਡਾ ਖਿੱਚਣ ਦੇ ਹੋਏ ਆ, ਅਤੇ ਅਲਹਮਦੁਲਿਲਾ ਵਿਨ ਕਰਕੇ ਆਏ ਹਾਂ ਉੱਥੇ ਵੀ, ਬਾਹਰ ਦੇ ਮੁਲਕਾਂ ਵਿੱਚ ਵੀ। ਕਬੱਡੀ 'ਚ ਕਿੰਨੀ ਕੁ ਪਜ਼ੀਰਾਈ ਮਿਲੀ ਸੀ? ਕਬੱਡੀ ਵਿੱਚ ਇੰਨੀ ਮੈਂ ਆਪਣੇ ਇਲਾਕੇ 'ਚ ਇਕੱਲਾ ਪਲੇਅਰ ਹਾਂ, ਹੋਰ ਹੈ ਕੋਈ ਕਲੱਬ ਵੀ ਨਹੀਂ ਹੈਗਾ ਸੀ। ਅਤੇ ਫਿਰ ਉਹ ਕਬੱਡੀ 'ਚ ਨੋਰਮਲ ਹੀ ਆ। ਅਤੇ ਲੇਕਿਨ ਜਿਹੜੀ ਹੋਈ ਆ ਸਟੰਟ ਕਰਦਾ ਸੀ ਜਿਹੜਾ, ਉਹਦੇ 'ਚ ਕਾਫੀ ਜ਼ਿਆਦਾ ਮਤਲਬ ਮੈਨੂੰ ਪਜ਼ੀਰਾ ਮਿਲੀ ਹੈ। ਉਹਦੇ ਵਿੱਚ ਕਾਫੀ ਜ਼ਿਆਦਾ ਹੌਸਲਾ ਅਫਜ਼ਾਈ ਮਿਲੇ, ਫੈਨ ਫੋਲੋਇੰਗ ਆਈ ਆ ਉਹਦੇ ਵਿੱਚ। ਅੱਛਾ ਮਿਰਜ਼ਾ, ਮੈਨੂੰ ਇਹ ਦੱਸੋ ਕਿ ਜਿਹੜਾ ਚੈਲੰਜ ਕਰਦੇ ਆ ਲੋਕ, ਤੁਹਾਨੂੰ ਕੀ ਸੋਚ ਕੇ ਐਕਸੈਪਟ ਕਰਦੇ? ਪਹਿਲੇ ਰਾਬਤਾ ਹੁੰਦਾ ਹੈ ਜਾਂ ਕਿ ਨਹੀਂ ਬਸ ਓਨਲੀ ਚੈਲੰਜ ਵੀਡੀਓ ਤੱਕ ਹੀ? ਮਤਲਬ ਨਹੀਂ, ਬਸ ਉਹ ਵੀਡੀਓ ਮੈਂਸ਼ਨ ਕਰ ਦਿੰਦੇ ਆ ਅਤੇ ਮੈਨੂੰ ਕੋਈ ਚੈਲੰਜ ਜੋ ਅੱਛਾ ਲੱਗੇ ਅਤੇ ਕਹਿੰਦੇ ਆ ਕਿ ਅਸੀਂ ਜੇ ਅਗਰ ਚੈਲੰਜ ਵਿਨ ਕਰੋ ਤੁਹਾਨੂੰ ਇੰਨੀ ਰਕਮ ਭੇਜਾਂਦੇ, ਅਤੇ ਮੈਂ ਐਕਸੈਪਟ ਕਰ ਲੈਣਾ। ਅਤੇ ਅਲਹਮਦੁਲਿਲਾ ਫਿਰ ਜਿਹੜੇ ਉਹ ਚੈਲੰਜ ਐਕਸੈਪਟ ਕਰ ਲੈਂਦੇ ਉਦੋਂ ਬਾਅਦ ਹਾਂ ਰਕਮ ਕੁਛ ਬੰਦੇ ਰਕਮ ਨੱਪ ਜਾਂਦੇ, ਕੁਛ ਦੇ ਜਾਂਦੇ ਆ। ਬਸ ਇੱਦਾਂ ਹੀ ਆ ਕਿ ਲੇਕਿਨ ਜ਼ਿਆਦਾਤਰ ਬੰਦੇ ਦੇ ਹੀ ਜਾਂਦੇ ਆ ਰਕਮ ਅਤੇ ਚੈਲੰਜ। ਲੇਕਿਨ ਉਹਨਾਂ ਨੂੰ ਵੀ ਉਹ ਫੈਨ ਫੋਲੋਇੰਗ ਵੀ ਆ ਜਾਂਦੀ, ਚੈਲੰਜ ਹੋ ਜਾਂਦਾ ਅਤੇ ਲੇਕਿਨ ਉਹ ਮੇਰੀ ਆਪਣੀ ਗੇਮ ਹੋ ਜਾਂਦੀ ਹੈ, ਸਮਝ ਲਓ। ਕੀ ਕਹਿੰਦੇ ਲਾਸਟ ਵਿੱਚ ਵੀ ਕਿੰਨਾ ਕੁਝ ਕਮਾ ਲਿਆ ਸੀ? ਜੀ ਬਸ ਮਹੀਨੇ ਦਾ ਕੋਈ 5-6 ਲੱਖ ਰੁਪਏ ਬਣ ਹੀ ਜਾਂਦਾ ਹੈ, ਅਤੇ ਇਹਦੋਂ ਵੀ ਜ਼ਿਆਦਾ ਹੀ ਹੋ ਜਾਂਦਾ ਹੈ। ਅਤੇ ਲੇਕਿਨ ਮਿਹਨਤ ਕਰਨੀ ਪੈਂਦੀ ਹੈ, ਬਿਨਾਂ ਮਿਹਨਤ ਕੋਈ ਚੀਜ਼ ਨਹੀਂ ਆਉਂਦੀ। ਅਤੇ ਅਲਹਮਦੁਲਿਲਾ ਹੁਣ ਤਾਂ ਕਾਫੀ ਖੁਸ਼ਹਾਲ ਹਾਂ, ਕੋਈ ਟੈਨਸ਼ਨ ਨਹੀਂ ਹੈਗੀ। ਅੱਲਾ ਨੇ ਸਭ ਕੁਝ ਦਿੱਤਾ ਯਾਰ। ਅਤੇ ਮੈਂ ਤਾਂ ਇੱਕ ਜਿੰਦਾ ਅੰਦਰ ਟੈਲੈਂਟ ਹੈ ਉਹਨੂੰ ਸਪੋਰਟ ਕਰਨਾ ਚਾਹੁੰਦਾ, ਨਾ ਕਿ ਤੂੰ ਨੱਚਣ ਕੁੱਦਣ ਵਾਲੇ ਫਾਸ਼ਾ ਲੜਕੀਆਂ ਨੂੰ, ਫਾਸ਼ਾ ਕੰਟੈਂਟ ਨੂੰ ਫਾਲੋ ਕਰੋ। ਟੈਲੈਂਟ ਵਾਲੇ ਬੰਦੇ ਨੂੰ ਸਪੋਰਟ, ਜਿੰਨੇ ਟੈਲੈਂਟ ਹੈਗਾ ਉਹਨੂੰ ਤੁਸੀਂ ਫੁੱਲ ਸਪੋਰਟ ਕਰੋ। ਜਾਂ ਕਿ ਪਾਕਿਸਤਾਨ ਦਾ ਨਾਂ ਬਾਹਰ ਦੇ ਮੁਲਕਾਂ ਤੱਕ ਰੋਸ਼ਨ ਕਰਦੇ ਆ, ਅਤੇ ਦੂਜਾ ਜਿੰਨਾ ਕੰਟੈਂਟ ਹੀ ਗੰਦਾ ਬਣਾਇਆ, ਫਾਸ਼ੀ ਦਾ ਬਣਾਉਣਾ, ਉਹਨਾਂ ਕੀ ਰੋਸ਼ਨ करना अपने पाकिस्तान की बदनामी का बहस बनते हैं। बहुत ज़बरदस्त। मिर्ज़ा जट हमारे साथ मौजूद थे, अपनी ज़िंदगी के बारे में बता रहे थे, कैसे वो फेमस हुए, क्या उनकी डिमांड थी, कैसे उनकी ज़िंदगी में एक चेंजिंग आई, कैसे उन्होंने अपनी ज़िंदगी को बदला, घर से रिस्पॉन्स मिला, कैसा रिस्पॉन्स था उनका, ये सभी हमने उनसे बातें प्यारी की। बड़े प्यारे इंसान है। मुझे वक़ार दानिश को न्यूज़ अलर्ट के साथ इजाज़त दीजिए। अल्लाह हाफिज़।